Hello everyone, myself Pradeep Kaur, lecturer at SRS Government Polytechnic College Ludhiana from Department Electronics and Communication Engineering. Today we are going to discuss computer networks, basic introduction part. First of all, we will discuss what is a computer network. A computer network is a interconnection of computers for the purpose of communication and resource sharing. ਨੰਬਰ ਆਫ ਨੋਡਸ ਔਰ ਕਹਿ ਲਓ ਨੰਬਰ ਆਫ ਕੰਪਿਊਟਰਸ ਆਪਸ ਦੇ ਵਿੱਚ ਇੰਟਰਕਨੈਕਟ ਕੀਤੇ ਹੁੰਦੇ ਨੇ ਕਾਹਦੇ ਵਾਸਤੇ ਕਮਿਊਨੀਕੇਸ਼ਨ ਕਰਵਾਉਣ ਵਾਸਤੇ। ਇਹ ਕਮਿਊਨੀਕੇਸ਼ਨ ਦਾ ਪਰਪਸ ਕੀ ਹੁੰਦਾ ਬੇਸਿਕ ਸ਼ੇਅਰਿੰਗ ਹਾਰਡਵੇਅਰ ਫਾਈਲਸ ਤੇ ਡਾਟਾ ਇਨਫੋਰਮੇਸ਼ਨ ਆਪਸ ਦੇ ਵਿੱਚ ਸ਼ੇਅਰ ਕਰਨੀ ਆ ਕੋਈ ਸੌਫਟਵੇਅਰ ਆਪਸ ਦੇ ਵਿੱਚ ਸ਼ੇਅਰ ਕਰਨਾ ਇਹ ਮੇਨ ਪਰਪਸ ਆ ਇੱਕ ਕੰਪਿਊਟਰ ਨੈਟਵਰਕ ਦਾ। ਹੁਣ ਜਿਓਗ੍ਰਾਫਿਕਲੀ ਬੇਸਿਸ 'ਤੇ ਕੰਪਿਊਟਰ ਨੈਟਵਰਕ ਦੀਆਂ ਟਾਈਪਸ ਪੜ੍ਹਾਂਗੇ। ਜਿਓਗ੍ਰਾਫਿਕਲੀ ਏਰੀਆ ਕਵਰੇਜ ਮਤਲਬ ਇੱਕ ਕੰਪਿਊਟਰ ਨੈਟਵਰਕ ਕਿੰਨਾ ਏਰੀਆ ਕਵਰ ਕਰਦਾ ਉਹਦੇ ਬੇਸਿਸ 'ਤੇ ਆਪਾਂ ਟਾਈਪਸ ਪੜ੍ਹਾਂਗੇ। ਲੈਨ ਮੈਨ ਅਤੇ ਵੈਨ ਸਭ ਤੋਂ ਛੋਟਾ ਏਰੀਆ ਵਾਈਜ਼ ਸਭ ਤੋਂ ਛੋਟਾ ਹੁੰਦਾ ਲੋਕਲ ਏਰੀਆ ਨੈਟਵਰਕ। ਇਹਦੀ ਕਵਰੇਜ ਕਹਿ ਲਓ ਇੱਕ ਰੂਮ ਜਾਂ ਬਿਲਡਿੰਗ ਤੱਕ ਜਾਂ ਇੱਕ ਕੈਂਪਸ ਤੱਕ ਸੀਮਿਤ ਹੁੰਦੀ ਆ। ਇਹ ਨੈਟਵਰਕ ਇਨ ਜਿਓਗ੍ਰਾਫਿਕਲ ਏਰੀਆ geographically small area, for example room, building or any campus is called local area network. ਉਸ ਤੋਂ ਉੱਪਰ ਆ ਗਿਆ a network in a city is called metropolitan area network ਜਾਂ MAN। ਹੁਣ ਉਸ ਤੋਂ ਬਾਅਦ ਆ ਗਿਆ network spread geographically country or across global is called wide area network। ਪੂਰੀ ਦੇਸ਼ ਦੇ ਵਿੱਚ ਜਾਂ ਕਹਿ ਲਓ ਪੂਰੇ ਗਲੋਬਲੀ ਫੈਲੇ ਹੋਏ ਨੈਟਵਰਕ ਨੂੰ ਕੀ ਕਹਿੰਦੇ ਆਪਾਂ ਵਾਈਡ ਏਰੀਆ ਨੈਟਵਰਕ। ਇਹਦੀ ਬਿਗੇਸਟ ਐਗਜ਼ਾਮਪਲ ਇਹ ਆ ਇੰਟਰਨੈਟ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਇੰਟਰਨੈਟ ਦੇ ਵਿੱਚ ਕੀ ਆ ਹਰੇਕ ਨੋਡ ਆਪਸ ਦੇ ਵਿੱਚ ਇੰਡੀਵਿਜੂਅਲੀ ਇੰਟਰਕਨੈਕਟਡ ਆ। ਠੀਕ ਹੈ ਭਾਵੇਂ ਕਿਸੇ ਵੀ ਕੰਟਰੀ ਦੇ ਵਿੱਚ ਆ ਕਿਤੇ ਵੀ ਆ ਉਹ ਆਪਸ ਦੇ ਵਿੱਚ ਸਾਰੇ ਕੀ ਨੇ ਇੰਟਰਕਨੈਕਟਡ ਨੇ। ਉਹ ਚੀਜ਼ ਕਾਹਦੇ ਵਿੱਚ ਆ ਗਈ ਵਾਈਡ ਏਰੀਆ ਨੈਟਵਰਕ ਦੇ ਵਿੱਚ। ਲੋਕਲ ਏਰੀਆ ਨੈਟਵਰਕ ਦੇ ਵਿੱਚ ਕੋਈ ਕਹਿ ਲਓ ਇੱਕ ਬਿਲਡਿੰਗ ਦੇ ਵਿੱਚ ਜਾਂ ਆਫਿਸ ਦੇ ਵਿੱਚ ਜਿਹੜੇ ਸਾਰੇ ਪੀਸਿਸ ਪਏ ਹੁੰਦੇ ਨੇ ਲੋਕਲ ਏਰੀਆ ਨੈਟਵਰਕ ਦੇ ਵਿੱਚ ਆ ਜਾਂਦੇ ਨੇ। ਛੋਟੇ ਉਹਦੀ ਜਿਓਗ੍ਰਾਫਿਕਲੀ ਕਵਰੇਜ ਏਰੀਆ ਕੀ ਹੋ ਗਿਆ ਘੱਟ ਹੋ ਗਿਆ। ਮੈਟਰੋਪੋਲੀਟਨ ਏਰੀਆ ਇੱਕ ਸਿਟੀ ਦਾ ਨੈਟਵਰਕ ਕਹਿ ਲਓ ਆਪਣਾ ਕਿਸੇ ਸਿਟੀ ਦਾ ਆਪਣਾ ਨੈਟਵਰਕ ਕ੍ਰੀਏਟ ਕੀਤਾ ਹੋਇਆ ਜਿਹਦੇ ਵਿੱਚ ਆਪਸ ਦੇ ਵਿੱਚ ਸਾਰੇ ਕੰਪਿਊਟਰਸ ਕਨੈਕਟਡ ਨੇ। ਵਾਈਡ ਏਰੀਆ ਨੈਟਵਰਕ ਗਲੋਬਲੀ ਇੰਟਰਨੈਟ। ਨੈਕਸਟ ਇਜ਼ ਐਲੀਮੈਂਟਸ ਆਫ ਕੰਪਿਊਟਰ ਨੈਟਵਰਕ। ਕੰਪਿਊਟਰ ਨੈਟਵਰਕ ਜਿਵੇਂ ਕਿ ਆਪਾਂ ਪਹਿਲਾਂ ਪੜ੍ਹਿਆ ਕਿਉਂ ਯੂਜ਼ ਕਰਦੇ ਹਾਂ ਆਪਾਂ ਕਮਿਊਨੀਕੇਸ਼ਨ ਕਰਨ ਵਾਸਤੇ। ਕਮਿਊਨੀਕੇਸ਼ਨ ਦੇ ਵਿੱਚ ਕੀ ਹੋਊਗਾ ਇੱਕ ਸੈਂਡਰ ਹੋਊਗਾ ਇੱਕ ਰਿਸੀਵਰ ਹੋਊਗਾ। ਸੈਂਡਰ ਅਤੇ ਰਿਸੀਵਰ ਆਪਸ ਦੇ ਵਿੱਚ ਕੀ ਕਰਨਗੇ ਡੇਟਾ ਜਾਂ ਮੈਸੇਜ ਜਾਂ ਕਹਿ ਲਓ ਇਨਫੋਰਮੇਸ਼ਨ ਆਪਸ ਦੇ ਵਿੱਚ ਟਰਾਂਸਮਿਟ ਕਰਨਗੇ। ਸੈਂਡਰ ਕੀ ਕਰੂਗਾ ਰਿਸੀਵਰ ਨੂੰ ਡੇਟਾ ਸੈਂਡ ਕਰੂਗਾ ਰਿਸੀਵਰ ਉਹ ਵਾਲਾ ਡੇਟਾ ਰਿਸੀਵ ਕਰੂਗਾ। ਇਹ ਵਾਲੀ ਚੀਜ਼ ਕਿਵੇਂ ਪੋਸੀਬਲ ਹੋਊਗੀ ਦੋਨਾਂ ਦੇ ਵਿੱਚ ਡੇਟਾ ਕਿਵੇਂ ਟਰਾਂਸਲੇਟ ਹੋਊਗਾ ਬਾਈ ਯੂਜ਼ਿੰਗ ਏ ਕਮਿਊਨੀਕੇਸ਼ਨ ਮੀਡੀਅਮ ਜਾਂ ਕਹਿ ਲਓ ਚੈਨਲ। ਹੁਣ ਉਹ ਚੈਨਲ ਦੀਆਂ ਅੱਗੇ ਆਪਾਂ ਟਾਈਪਸ ਪੜ੍ਹਾਂਗੇ। ਚੈਨਲ ਮਤਲਬ ਇੱਕ ਸੈਂਡਰ ਨੇ ਰਿਸੀਵਰ ਨੂੰ ਡੇਟਾ ਸੈਂਡ ਕਰਨਾ ਕਾਹਦੇ ਥਰੂ ਕਰੂਗਾ ਇੱਕ ਮੀਡੀਅਮ ਜਾਂ ਚੈਨਲ ਦੇ ਥਰੂ ਸੈਂਡ ਕਰੂਗਾ। ਚੌਥਾ ਪਾਰਟ ਕੀ ਹੋ ਗਿਆ ਇੱਕ ਕਮਿਊਨੀਕੇਸ਼ਨ ਨੈਟਵਰਕ ਦਾ ਕੰਪਿਊਟਰ ਨੈਟਵਰਕ ਦਾ ਪ੍ਰੋਟੋਕੋਲ ਕੀ ਹੁੰਦਾ ਜਦੋਂ ਸੈਂਡਰ ਅਤੇ ਰਿਸੀਵਰ ਨੇ ਆਪਸ ਦੇ ਵਿੱਚ ਡੇਟਾ ਟਰਾਂਸਮਿਟ ਕਰਨਾ ਜਾਂ ਕਹਿ ਲਓ ਡਾਟਾ ਐਕਸਚੇਂਜ ਕਰਨਾ ਤਾਂ ਕੀ ਕਰੂਗਾ ਉਹ ਇੱਕ ਸੈੱਟ ਆਫ ਰੂਲਸ ਫੋਲੋ ਕਰੂਗਾ। ਸੈੱਟ ਆਫ ਰੂਲਸ ਨੂੰ ਕੀ ਕਹਾਂਗੇ ਪ੍ਰੋਟੋਕੋਲ। ਠੀਕ ਹੈ ਸੈੱਟ ਆਫ ਰੂਲਸ ਕੀ ਹੋਣਗੇ ਪ੍ਰੋਟੋਕੋਲਸ। ਸੈਂਡਰ ਅਤੇ ਰਿਸੀਵਰ ਤਾਂ ਹੁਣ ਦੇਖੋ ਦੋਨੇ ਕੰਪਿਊਟਰ ਵੀ ਹੋ ਸਕਦੇ ਨੇ ਜਾਂ ਕੰਪਿਊਟਰ ਜਾਂ ਮੋਬਾਈਲ ਵੀ ਹੋ ਸਕਦੇ ਨੇ। ਮੀਡੀਅਮ ਦੋ ਟਾਈਪ ਦਾ ਹੁੰਦਾ ਵਾਇਰਲੈਸ ਐਂਡ ਵਾਇਰਡ। ਮਤਲਬ ਮੀਡੀਅਮ ਡੇਟਾ ਕਾਹਦੇ ਥਰੂ ਜਾਣਾ ਵਾਇਰ ਦੇ ਥਰੂ ਵੀ ਜਾ ਸਕਦਾ ਅਤੇ ਏਅਰ ਦੇ ਥਰੂ ਵੀ ਜਾ ਸਕਦਾ। ਵਾਇਰਸ ਦੀਆਂ ਅੱਗੇ ਟਾਈਪਸ ਹੁੰਦੀਆਂ ਨੇਗੀਆਂ ਉਹ ਆਪਾਂ ਅੱਗੇ ਨੈਕਸਟ ਲੈਕਚਰ ਦੇ ਵਿੱਚ ਪੜ੍ਹਾਂਗੇ। ਫੋਰਥ ਚੀਜ਼ ਪ੍ਰੋਟੋਕੋਲ ਸੈੱਟ ਆਫ ਰੂਲਸ ਇੱਕ ਕਮਿਊਨੀਕੇਸ਼ਨ ਕਰਾਉਣ ਵਾਸਤੇ ਪ੍ਰੋਟੋਕੋਲ ਕਿਹੜੇ ਯੂਜ਼ ਹੁੰਦੇ ਨੇ ਜਾਂ ਕਹਿ ਲਓ ਸੈੱਟ ਆਫ ਰੂਲਸ ਨੂੰ ਕੀ ਕਹਿੰਦੇ ਆਪਾਂ ਪ੍ਰੋਟੋਕੋਲ ਕਹਿੰਦੇ ਹਾਂ। ਪ੍ਰੋਟੋਕੋਲ
ਹਰੇਕ ਨੈਟਵਰਕ ਦਾ ਆਪਣਾ ਇੱਕ ਪ੍ਰੋਟੋਕੋਲ ਹੁੰਦਾ। ਲੋਕਲ ਏਰੀਆ ਨੈਟਵਰਕ ਦਾ ਆਪਣਾ ਪ੍ਰੋਟੋਕੋਲ, ਵਾਈਡ ਏਰੀਆ ਨੈਟਵਰਕ ਦਾ ਆਪਣਾ ਪ੍ਰੋਟੋਕੋਲ, ਮੈਟਰੀਪੋਲੀਟਨ ਏਰੀਆ ਦਾ ਆਪਣਾ ਪ੍ਰੋਟੋਕੋਲ ਹੋਊਗਾ। ਨੈਕਸਟ ਪੜਾਂਗੇ ਨੈਟਵਰਕ ਟੋਪੋਲੋਜੀ। ਨੈਟਵਰਕ ਟੋਪੋਲੋਜੀ In network topology defines the way in which computers, printers and other devices are connected. A network topology describes the layout of wire and devices as well as paths used by data transmission. ਨੈਟਵਰਕ ਟੋਪੋਲੋਜੀ ਕੀ ਦੱਸੂਗਾ? ਹੁਣ ਦੋ ਜਾਂ ਦੋ ਤੋਂ ਵੱਧ ਨੋਡਸ ਇੱਕ ਨੈਟਵਰਕ ਦੇ ਵਿੱਚ ਆਪਸ ਦੇ ਵਿੱਚ ਇੰਟਰਕਨੈਕਟ ਕੀਤੀਆਂ ਹੋਈਆਂ ਨੇ, ਠੀਕ ਹੈ। ਉਹਨਾਂ ਦੀ ਵਾਇਰਿੰਗ ਦੀ ਟਾਈਪ ਕੀ ਆ, ਮਤਲਬ ਆਪਸ ਦੇ ਵਿੱਚ ਵਾਇਰਿੰਗ ਕਿੱਦਾਂ ਕੀਤੀ ਹੋਈ ਆ ਸਾਰੀ ਨੋਡਸ ਦੀ, ਜਾਂ ਕਹ ਲਓ ਫਿਜ਼ੀਕਲ ਕਨੈਕਸ਼ਨ ਨੂੰ ਡਿਸਕਰਾਈਬ ਕਰੂਗੀ ਇੱਕ ਨੈਟਵਰਕ ਦੀ ਟੋਪੋਲੋਜੀ। ਸਪੈਸੀਫਿਕ ਨੈਟਵਰਕ ਟੋਪੋਲੋਜੀ ਦੇ ਵਿੱਚ ਸਪੈਸੀਫਿਕ ਕੀ ਹੋਊਗਾ? ਟਾਈਪ ਆਫ ਵਾਇਰਿੰਗ ਜਾਂ ਕਹ ਲਓ ਟਾਈਪ ਆਫ ਫਿਜ਼ੀਕਲ ਕਨੈਕਸ਼ਨ ਹੋਊਗਾ। ਇਹਦੀਆਂ ਕੀ ਟਾਈਪਸ ਨੇ? ਬਸ ਟੋਪੋਲੋਜੀ, ਰਿੰਗ ਟੋਪੋਲੋਜੀ, ਸਟਾਰ ਟੋਪੋਲੋਜੀ, ਟਰੀ ਟੋਪੋਲੋਜੀ ਅਤੇ ਮੈਸ਼ ਟੋਪੋਲੋਜੀ। ਆਪਾਂ 1 ਬਾਏ 1 ਕਰਕੇ ਪੜਾਂਗੇ ਹੁਣ। First is bus topology, commonly referred to as linear bus. All the devices on a bus topology are connected by one single cable. ਇੱਕ ਸਿੰਗਲ ਕੇਬਲ ਦੇ ਨਾਲ ਸਾਰੀਆਂ ਨੋਡਸ ਜਾਂ ਕਹਿ ਲਓ ਸਾਰੇ ਕੰਪਿਊਟਰਸ ਆਪਸ ਦੇ ਵਿੱਚ ਕਨੈਕਟ ਕੀਤੇ ਹੁੰਦੇ ਨੇ, ਜਿਵੇਂ ਕਿ ਫਿਗਰ ਦੇ ਵਿੱਚ ਦਿਖਾਇਆ ਗਿਆ। ਇਹ ਦਿਸ ਇਜ਼ ਇ ਸਿੰਗਲ ਕੇਬਲ। ਆ ਉੱਪਰ ਉਹਦੇ ਕੀ ਹੋ ਗਈਆਂ? ਨੋਡਸ ਹੋ ਗਈਆਂ ਜਾਂ ਕਹਿ ਲਓ ਨੋਡਸ ਕੰਪਿਊਟਰਸ ਹੋ ਗਏ, ਇੱਕ ਸਿੰਗਲ ਕੇਬਲ ਦੇ ਨਾਲ ਆਪਸ ਦੇ ਵਿੱਚ ਇੰਟਰਕਨੈਕਟ ਕੀਤੇ ਹੋਏ ਨੇ। ਨੈਕਸਟ ਇਜ਼ ਸਟਾਰ ਟੋਪੋਲੋਜੀ। ਸਟਾਰ ਟੋਪੋਲੋਜੀ ਦੇ ਵਿੱਚ ਕੀ ਹੁੰਦਾ? The star topology is the most commonly used architecture in Ethernet. Larger network uses the extended star topology, also called tree topology, when used with the network devices that filter frames and packets like bridges, switches and routers. This topology significantly reduces the traffic on the wires by sending packet only to the wires of the destination host. ਇੰਨਾ ਨਹੀਂ ਤੁਸੀਂ ਦੇਖਣਾ, ਤੁਸੀਂ ਬਸ ਦੇਖੋ ਬੇਸਿਕਲੀ ਸਟਾਰ ਟੋਪੋਲੋਜੀ ਅਤੇ ਰਿੰਗ ਟੋਪੋਲੋਜੀ ਦਾ ਫਿਜ਼ੀਕਲ ਕਨੈਕਸ਼ਨ ਆਪਸ ਦੇ ਵਿੱਚ ਕਿਵੇਂ ਬਣਿਆ ਹੋਇਆ। ਪਹਿਲਾਂ ਦੇਖਦੇ ਹਾਂ ਆਪਾਂ ਸਟਾਰ ਟੋਪੋਲੋਜੀ। ਸਟਾਰ ਟੋਪੋਲੋਜੀ ਦੇ ਵਿੱਚ ਕੀ ਹੁੰਦਾ ਗਾ? ਆਲੇ ਦੁਆਲੇ ਸਾਰੇ ਕੀ ਨੇ? ਕੰਪਿਊਟਰਸ ਨੇ। ਕੀ ਨੇ? ਕੰਪਿਊਟਰਸ ਜਾਂ ਕਹਿ ਲਓ ਨੋਡਸ। ਆਲਾ ਦਿਸ ਸੈਂਟਰ ਦੇ ਵਿੱਚ ਇੱਕ ਕੀ ਲੱਗੀ ਹੋਈ ਆ? ਹੱਬ ਲੱਗੀ ਹੋਈ ਆ। ਇਹ ਹੱਬ ਦੇ ਥਰੂ ਆਪਸ ਦੇ ਵਿੱਚ ਕੀ ਨੇ? ਇੰਟਰਕਨੈਕਟਡ ਨੇ। ਨੈਕਸਟ ਇਜ਼ ਟਰੀ ਟੋਪੋਲੋਜੀ। ਟਰੀ ਟੋਪੋਲੋਜੀ ਦੇ ਇਜ਼ ਅ ਕੰਬੀਨੇਸ਼ਨ ਆਫ ਸਟਾਰ ਐਂਡ ਬਸ ਟੋਪੋਲੋਜੀ। ਟਰੀ ਟੋਪੋਲੋਜੀ ਇਜ਼ ਅ ਕੰਬੀਨੇਸ਼ਨ ਆਫ star and bus topology. Another is ring topology. In this, all the nodes are connected via ring shape structure as shown in figure. A frame travels around the ring, stopping at each node. A node wants to transmit data. It adds the data as well as destination address to the frame. ਜਦੋਂ ਕਿਸੇ ਨੋਡ ਨੇ ਡਾਟਾ ਸੈਂਡ ਕਰਨਾ ਕਿਸੇ ਦੂਸਰੀ ਨੋਡ ਨੂੰ ਜਾਂ ਕਹਿ ਲਓ ਤੀਸਰੀ ਨੂੰ ਜਾਂ ਚੌਥੀ ਨੂੰ ਡਾਟਾ ਸੈਂਡ ਕਰਨਾ ਕਿਸੇ ਨੋਡ ਨੂੰ ਔਨ ਅ ਰਿੰਗ ਟੋਪੋਲੋਜੀ, ਤਾਂ ਉਹ ਕੀ ਸੈਂਡ ਕਰੂਗੀ? ਇੱਕ ਤਾਂ ਜਿਹੜਾ ਡਾਟਾ ਸੈਂਡ ਕਰਨਾ ਉਹ ਸੈਂਡ ਕਰੂ, ਦੂਜਾ ਕੀ ਸੈਂਡ ਕਰੂਗਾ? ਜਿਹੜੀ ਨੋਡ ਨੂੰ ਡਾਟਾ ਸੈਂਡ ਕਰਨਾ ਉਹਦਾ ਡਾਟਾ, ਉਹਦਾ ਐਡਰੈਸ ਆਪਣੇ ਮੈਸੇਜ ਦੇ ਨਾਲ ਐਡ ਕਰ ਦਿਓ। ਨੈਕਸਟ ਇਜ਼ ਮੈਸ਼ ਟੋਪੋਲੋਜੀ। ਮੈਸ਼ ਟੋਪੋਲੋਜੀ ਦੇ ਵਿੱਚ ਕੀ ਹੁੰਦਾ ਗਾ? ਇਹਦੇ ਵਿੱਚ ਈਚ ਐਂਡ ਐਵਰੀ ਨੋਡ ਦੇ ਵਿੱਚ ਆਪਸ ਦੇ ਵਿੱਚ ਡਾਇਰੈਕਟ ਪਾਥ ਅਵੇਲੇਬਲ ਹੁੰਦਾ। ਈਚ ਐਂਡ ਐਵਰੀ ਨੋਡ ਦੇ ਵਿੱਚ ਆਪਸ ਦੇ ਵਿੱਚ ਡਾਇਰੈਕਟ ਪਾਥ ਅਵੇਲੇਬਲ ਹੁੰਦਾ। ਦੇਖੋ ਧਿਆਨ ਨਾਲ, ਹਰੇਕ ਕੋਈ ਵੀ ਦੋ ਨੋਡਸ ਲੈ ਲਓ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਡਾਇਰੈਕਟ ਪਾਥ ਹੈਗਾ। ਦਿਸ ਵਨ, ਜਿਵੇਂ ਆਹ ਨੋਡ ਲੈ ਲਓ, ਇਹ ਨੋਡ ਲੈ ਲਓ, ਇਹਨਾਂ ਦੇ ਵਿੱਚ ਇੱਕ ਡਾਇਰੈਕਟ ਪਾਥ, ਠੀਕ ਹੈ। ਇਹਦੇ ਨਾਲ ਕੀ ਹੋ ਗਿਆ? ਡਾਇਰੈਕਟ ਪਾਥ ਅਵੇਲੇਬਲ ਤਾਂ ਹੋ ਗਿਆ, ਪਰ ਨੰਬਰ ਆਫ ਕੇਬਲਸ ਵਧ ਗਿਆ। ਇਹਦੀ ਡਿਸਐਡਵਾਂਟੇਜ ਹੋ ਗਈ। ਦੇਖੋ ਤੁਸੀਂ ਧਿਆਨ ਨਾਲ, ਸਿਰਫ ਇਹੀ ਇੱਕ ਟੋਪੋਲੋਜੀ ਆ ਜਿਹਦੇ ਵਿੱਚ ਸਾਰੀਆਂ ਨੋਡਸ ਆਪਸ ਦੇ ਵਿੱਚ ਕਨੈਕਟਡ ਨੇ ਇੰਡੀਵਿਜੂਅਲੀ। ਕਿਸੇ ਵੀ ਨੋਡ ਦੇ ਵਿੱਚ ਇਹ ਚੀਜ਼ ਨਹੀਂ ਹੈਗੀ। ਦੇਖੋ ਹੁਣ ਆਹ ਦੋਨੋਂ ਨੋਡ ਨੇ, ਇਹਦੇ ਵਿੱਚ ਵੀ
ਹਰੇਕ ਨੋਡ ਦੂਜੀ ਨੋਡ ਦੇ ਨਾਲ ਡਾਇਰੈਕਟਲੀ ਕਨੈਕਟਡ ਨਹੀਂ ਹੈਗੀ ਕਿਸੇ ਹੋਰ ਟੋਪੋਲੋਜੀ ਦੇ ਵਿੱਚ। ਦੇਖੋ ਧਿਆਨ ਨਾਲ, ਸਿਰਫ ਮੈਸ਼ ਟੋਪੋਲੋਜੀ ਹੀ ਇੱਕ ਇੱਦਾਂ ਦੀ ਟੋਪੋਲੋਜੀ ਆ ਜਿਹਦੇ ਵਿੱਚ ਈਚ ਐਂਡ ਐਵਰੀ ਨੋਡ ਡਾਇਰੈਕਟਲੀ ਕਨੈਕਟਡ ਆ ਇੱਕ ਦੂਜੇ ਨਾਲ। ਜਿਵੇਂ ਪਹਿਲਾਂ ਆਪਾਂ ਡਿਸਕਸ ਕੀਤਾ ਸੀ, ਆਪਾਂ ਅੱਜ ਸਿਰਫ ਇੰਟਰੋਡਕਸ਼ਨ ਕਰ ਰਹੇ ਹਾਂ ਕੰਪਿਊਟਰ ਨੈਟਵਰਕਸ ਦੀ। ਕੰਪਿਊਟਰ ਨੈਟਵਰਕ ਦੇ ਵਿੱਚ ਇੱਕ ਨਾ ਕਲਾਇੰਟ ਸਰਵਰ ਮਾਡਲ ਆਉਂਦਾ। ਕਲਾਇੰਟ ਸਰਵਰ ਮਾਡਲ, ਕਲਾਇੰਟ ਸਰਵਰ ਮਾਡਲ ਦੇ ਵਿੱਚ ਕੀ ਹੁੰਦਾ ਵਾ, ਜਦੋਂ ਇੱਕ ਕੰਪਿਊਟਰ ਨੈਟਵਰਕ ਦੇ ਵਿੱਚ ਨੰਬਰ ਆਫ ਨੋਡਸ 15 ਤੋਂ ਜ਼ਿਆਦਾ ਹੋ ਜਾਂਦੀਆਂ ਨੇ, ਧਿਆਨ ਨਾਲ ਸੁਣਿਓ, ਜਦੋਂ ਇੱਕ ਕੰਪਿਊਟਰ ਨੈਟਵਰਕ ਦੇ ਵਿੱਚ ਨੰਬਰ ਆਫ ਨੋਡਸ 15 ਤੋਂ ਜ਼ਿਆਦਾ ਹੋ ਜਾਂਦੀਆਂ ਨੇ ਤਾਂ ਕੀ ਹੁੰਦਾ, ਉਹ ਨੈਟਵਰਕ ਨੂੰ ਹੈਂਡਲ ਕਰਨਾ ਥੋੜ੍ਹੀ ਮੁਸ਼ਕਿਲ ਹੋ ਜਾਂਦਾ। ਤਾਂ ਉਸ ਕੇਸ ਦੇ ਵਿੱਚ ਕੀ ਕਰਦੇ ਹਾਂ, ਆਪਾਂ ਇੱਕ ਕੰਪਿਊਟਰ ਨੂੰ ਸਰਵਰ ਬਣਾ ਦਿੰਦੇ ਹਾਂ। ਜਿਹੜਾ ਸਰਵਰ ਕੀ ਕਰਦਾ ਗਾ, ਬਾਕੀ ਦੀਆਂ ਨੋਡਸ ਜਿਹੜੀਆਂ ਬਚੀਆਂ ਨੈਟਵਰਕ ਦੇ ਵਿੱਚ ਉਹਨਾਂ ਦੇ ਕਮਿਊਨੀਕੇਸ਼ਨ ਨੂੰ ਮੋਨੀਟਰ ਕਰਦਾ, ਉਹਨਾਂ ਦੇ ਸਾਰੀਆਂ ਦੇ ਡੇਟੇ ਨੂੰ ਵਿਦਹੋਲਡ ਕਰਦਾ। ਠੀਕ ਹੈ, ਜਦੋਂ ਇੱਕ ਕੰਪਿਊਟਰ ਨੈਟਵਰਕ ਦੇ ਵਿੱਚ ਨੰਬਰ ਆਫ ਨੋਡਸ 15 ਤੋਂ ਇਨਕਰੀਜ਼ ਕਰਦੀਆਂ ਨੇ ਤਾਂ ਆਪਾਂ ਕੀ ਕਰਦੇ ਹਾਂ, ਇੱਕ ਕੰਪਿਊਟਰ ਨੂੰ ਸਰਵਰ ਬਣਾ ਦਿੰਦੇ ਹਾਂ ਜਿਹੜਾ ਕਿ ਬਾਕੀਆਂ ਦੇ ਕਮਿਊਨੀਕੇਸ਼ਨ ਨੂੰ ਸੀ ਕਰਦਾ, ਵਾਚ ਆਊਟ ਕਰਦਾ ਕਿ ਕਮਿਊਨੀਕੇਸ਼ਨ ਕਿਵੇਂ ਹੋਣਾ, ਕੰਟਰੋਲ ਕਰਦਾ। ਦਿਸ ਇਜ਼ ਕਾਲਡ ਕਲਾਇੰਟ ਸਰਵਰ ਮਾਡਲ। ਹੁਣ ਕਲਾਇੰਟ ਸਰਵਰ ਮਾਡਲ ਵਰਡ ਕਿਉਂ ਯੂਜ਼ ਕੀਤਾ, ਕਲਾਇੰਟਸ ਸਾਰੇ ਬਾਕੀ ਦੀਆਂ ਜੋ ਨੋਡਸ ਨੇ ਉਹ ਸਾਰੀਆਂ ਕੀ ਹੋ ਗਈਆਂ, ਕਲਾਇੰਟਸ ਹੋ ਗਏ। ਇੱਕ ਜਿਹੜਾ ਸਪੈਸੀਫਿਕ ਆਪਾਂ ਨੇ ਸਰਵਰ ਬਣਾਇਆ, ਸਪੈਸੀਫਿਕ ਕੰਪਿਊਟਰ ਰੱਖਿਆ, ਕਾਹਦੇ ਵਾਸਤੇ, ਮੋਨੀਟਰ ਕਰਨ ਵਾਸਤੇ ਬਾਕੀ ਦੇ ਕਮਿਊਨੀਕੇਸ਼ਨ ਨੂੰ, ਬਾਕੀ ਦੇ ਕੰਪਿਊਟਰ ਨੈਟਵਰਕ ਨੂੰ, ਉਹ ਕੀ ਹੋ ਗਿਆ, ਸਰਵਰ। ਓਬੀਅਸਲੀ ਬਾਕੀ ਕਲਾਇੰਟਸ ਨਾਲੋਂ ਸਰਵਰ ਦੀ ਪ੍ਰਾਇਓਰਿਟੀ ਜ਼ਿਆਦਾ, ਕਲਾਇੰਟਸ ਨਾਲੋਂ ਬਾਕੀ ਦੇ ਕਲਾਇੰਟਸ ਨਾਲੋਂ ਜਿਹੜਾ ਮੇਨ ਸਰਵਰ ਬਣਾਇਆ ਉਹਦੀ ਪ੍ਰਾਇਓਰਿਟੀ ਜ਼ਿਆਦਾ। ਪ੍ਰਾਇਓਰਿਟੀ ਮਤਲਬ, ਪ੍ਰਾਇਓਰਿਟੀ ਤਾਂ ਆਪਾਂ ਨੂੰ ਪਤਾ ਹੀ ਹੈ, ਪ੍ਰਾਇਓਰਿਟੀ ਹੁੰਦਾ ਕਿਸੇ ਨੋਡ ਦੀ ਮਹੱਤਤਾ ਕਹਿ ਲਓ ਤੁਸੀਂ, ਇੰਪੋਰਟੈਂਸ ਕਿਸੇ ਨੋਡ ਦੀ। ਓਬੀਅਸਲੀ ਕਿਸੇ ਚੀਜ਼ ਨੂੰ ਆਪਾਂ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਰਵਰ ਆ ਜਿਹੜਾ ਵਾਚ ਆਊਟ ਕਰੂਗਾ ਬਾਕੀ ਦੇ ਕੰਪਿਊਟਰ ਨੈਟਵਰਕ ਦੇ ਸਾਰੀਆਂ ਨੋਡਸ ਨੂੰ, ਤਾਂ ਸਰਵਰ ਇੰਪੋਰਟੈਂਟ ਹੋ ਗਿਆ, ਤਾਂ ਸਰਵਰ ਦੀ ਪ੍ਰਾਇਓਰਿਟੀ ਕੀ ਜ਼ਿਆਦਾ ਹੋਊਗੀ। ਇਹ ਸਰਵਰ ਫੇਲ ਹੋ ਜਾਂਦਾ ਤਾਂ ਸਾਰਾ ਕੰਪਿਊਟਰ ਨੈਟਵਰਕ ਫੇਲ ਹੋ ਜਾਊਗਾ, ਇਸ ਲਈ ਸਰਵਰ ਦੀ ਪ੍ਰਾਇਓਰਿਟੀ ਸਭ ਤੋਂ ਜ਼ਿਆਦਾ ਹੋਊਗੀ ਬਾਕੀ ਦੇ ਕਲਾਇੰਟਸ ਨਾਲੋਂ। ਦਿਸ ਇਜ਼ ਬੇਸਿਕ ਕਲਾਇੰਟ ਸਰਵਰ ਮਾਡਲ। ਦੇਖੋ ਆ ਸਰਵਰ ਬਣਾਤਾ, ਸੌਰੀ ਆ ਸਰਵਰ ਹੋ ਗਿਆ, ਬਾਕੀ ਦੇ ਕੀ ਹੋ ਗਿਆ, ਕਲਾਇੰਟਸ ਹੋ ਗਏ। ਲਾਸਟ ਇਜ਼ ਐਪਲੀਕੇਸ਼ਨਸ ਆਫ ਕੰਪਿਊਟਰ ਨੈਟਵਰਕ। ਐਪਲੀਕੇਸ਼ਨਸ ਕਿਹੜੀਆਂ ਨੇ, ਈਮੇਲਸ ਸੈਂਡ ਕਰਦੇ ਹਾਂ ਆਪਾਂ, ਸਰਚੇਬਲ ਡਾਟਾ ਵੈਬਸਾਈਟਸ, ਈ ਕਾਮਰਸ, ਨਿਊਜ਼ ਗਰੁੱਪਸ, ਇੰਟਰਨੈਟ ਟੈਕਨੋਲੋਜੀਜ਼, ਵੀਡੀਓ ਕਾਨਫਰੰਸਿੰਗ, ਚੈਟ ਗਰੁੱਪਸ, ਇੰਸਟੈਂਟ ਮੈਸੇਂਜਰਸ, ਇੰਟਰਨੈਟ, ਰੇਡੀਓ, ਇਹ ਸਾਰੀਆਂ ਕੀ ਹੋ ਗਈਆਂ, ਐਪਲੀਕੇਸ਼ਨਸ ਹੋ ਗਈਆਂ ਇੱਕ ਕੰਪਿਊਟਰ ਨੈਟਵਰਕ ਦੀਆਂ। ਠੀਕ ਹੈ, this is all about the basic introduction of computer network. In the next lecture we will discuss about the remaining syllabus, और कह लो बाकी दे सारा syllabus ਆਪਾਂ next lectures ਦੇ ਵਿੱਚ discuss ਕਰਾਂਗੇ। Thanks.